कदम कदम चलदियां 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 पहुँचना है। वो कदम कदम किहड़ा है, जिहड़ा सवास सवास सिमरन करना है। हौली हौली पहुँच जावांगे, जे चलांगे तो पहुँचांगे ही। इस जन्म विच नहीं तो अगले च, अगले नहीं तो उस तो अगले च। जब धन्ने नूं दर्शन दिते वाहिगुरू ने, धन्या माण ना करी 1100 जन्म हो गया लगे नूं, तां दर्शन होए ने तैनूं हुण। इस करके चलना और चलते रहना आत्मक यात्रा कहते ने। तो गुरबाणी अंदर प्रमाण भी दिता महाराज ने, भई सफल 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 यात्रा रहो आवन जाना मिले साधा। इस करके कहते ने कदम कदम ते आखो वाहे गुरु 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 वाहे गुरु। दोहरा विषय प्रमाणन को भयो, कयो अभिषय स्वरूप। ये संशय बूझन करियो, सुन कै गात अनूप। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰ ਰਹੇ ਹਾਂ। ਬ੍ਰਹਮ ਗਿਆਨ ਅਤੇ ਬ੍ਰਹਮ ਜੀਵ ਅਤੇ ਈਸ਼ਵਰ, ਇਸ ਤਰ੍ਹਾਂ ਇਹਨਾਂ ਦੀ ਆਪਸ ਵਿੱਚ ਏਕਤਾ ਹੁੰਦੀ ਹੈ। ਸੋ ਹੁਣ ਅੱਗੇ ਹੋਰ ਪ੍ਰਸ਼ਨ ਕਰਦੇ ਹਨ। ਸੋ ਕਿ ਬ੍ਰਹਮ ਜੋ ਸੀ ਉਹ ਤੁਸੀਂ ਕਹਿੰਦੇ ਸੀ ਕਿ ਵਿਸ਼ਿਆਂ ਦਾ ਪ੍ਰਮਾਣ ਨਹੀਂ ਹੈ, ਪ੍ਰਮਾਣਾਂ ਦੁਆਰਾ ਸਿੱਧ ਨਹੀਂ ਹੁੰਦਾ। ਨਾਲੇ ਤੁਸੀਂ 6 ਪ੍ਰਮਾਣ ਦੇ ਕੇ ਸਿੱਧ ਕਰ ਦਿੱਤਾ। ਇਹ ਸੰਸਾ ਪੈ ਗਿਆ ਮਨ 'ਚ। ਕਿਰਪਾ ਕਰਕੇ ਸੰਸਾ ਸਾਡਾ ਦੂਰ ਕਰੋ। ਆਓ ਸਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। दोहरा विषय प्रमाणन को भयो, कयो अभिषय स्वरूप। ਸੋ ਤੁਸੀਂ ਪਹਿਲਾਂ ਕਿਹਾ ਸੀ, ਭਾਈ ਦਇਆ ਸਿੰਘ ਨੂੰ ਖਾਲਸਾ ਜੀ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਕਹਿੰਦੇ ਸੀ ਇਹ ਵਿਸ਼ਾ ਹੈ ਵਾਹਿਗੁਰੂ, ਅੱਖਾਂ ਦਾ ਵਿਸ਼ਾ ਨਹੀਂ, ਹੱਥਾਂ ਨਾਲ ਪਕੜਿਆ ਨਹੀਂ ਜਾਂਦਾ, ਉੱਥੇ ਤੱਕ ਕੋਈ ਜਾ ਨਹੀਂ ਸਕਦਾ, ਅਗੰਮ ਹੈ। ਇਸ ਤਰ੍ਹਾਂ ਉਹ ਵਿਸ਼ਿਆਂ ਦਾ ਭਾਵ ਜਿਹੜੇ ਅੱਖਾਂ ਦਾ ਵਿਸ਼ਾ ਨਹੀਂ, ਹੱਥਾਂ ਦਾ ਪਕੜਨ ਦਾ ਵਿਸ਼ਾ ਨਹੀਂ। ਹੁਣ ਤੁਸੀਂ ਪ੍ਰਮਾਣਾਂ ਰਾਹੀਂ ਸਿੱਧ ਕਰ ਦਿੱਤਾ ਹੈ ਕਿ ਉਹ ਪਰਮਾਤਮਾ ਪ੍ਰਮਾਣਾਂ ਦਾ ਵਿਸ਼ਾ ਹੈ। ਜਿਵੇਂ 6 ਪ੍ਰਮਾਣ ਦੇ ਕੇ ਸਿੱਧ ਕੀਤਾ ਹੈ। ਇਹ ਸਾਡੇ ਮਨ ਦਾ ਸ਼ੰਕਾ दूर करो जी। ये संशय बूझन करियो, सुन कै गात अनूप। उपमा तो रहत गाथा ਸਾਰਿਆਂ ਨੇ ਸੁਣੀ ਜਦੋਂ, ਪਰ ਇਹ ਸੰਸਾ ਹੁਣ ਮਨ ਦਾ ਦੂਰ ਕਰਨ ਵਾਸਤੇ
ਬੇਨਤੀ ਕੀਤੀ ਹੈ। ਜੋ ਪਈ ਸ਼ੰਕਾ ਕਰੀ ਖਾਲਸੇ ਜਬੈ, ਦਇਆ ਸਿੰਘ ਬੋਲਿਓ ਸ਼ੁਭ ਤਬੈ। ਜਦੋਂ ਖਾਲਸੇ ਨੇ ਸ਼ੰਕਾ ਕੀਤੀ ਉਸ ਵਕਤ ਭਾਈ ਦਇਆ ਸਿੰਘ ਜੀ ਫੇਰ ਸੋਹਣੇ ਬਚਨ ਉਚਾਰਨ ਕਰਕੇ ਖਾਲਸੇ ਨੂੰ ਸਿੱਖਿਆ ਦੇ ਰਹੇ ਹਨ। ਵਿਧੀ ਮੁਖ ਸਿੱਖ ਜਨਾਏ ਬੇਦ, ਕਯੋ ਬ੍ਰਹਮ ਕੋ ਵਿਸ਼ੈ ਸੰਕੇਤ। ਬ੍ਰਹਮ ਦਾ ਜਿਹੜਾ ਵਿਸ਼ੈ ਸੰਕੇਤ ਇੱਥੇ ਕਹਿਣਾ ਕੀਤਾ ਹੈ ਕਿ ਬ੍ਰਹਮ ਆਤਮਾ ਦੇ ਸਰੂਪ ਨੂੰ ਤੁਸੀਂ ਪਿੱਛੇ ਜੋ ਕਹਿੰਦੇ ਸੀ ਪ੍ਰਮਾਣਾਂ ਦੇ ਵਿਸ਼ੇ ਕਿਹਾ, ਤੇ ਹੁਣ ਜੋ ਕੁਝ ਤੁਸੀਂ ਕਿਹਾ ਉਹ ਨਾਲ ਪ੍ਰਮਾਣ ਵੀ ਦੇ ਦਿੱਤੇ ਨੇ, ਪ੍ਰਮਾਣਾਂ ਦਾ ਵਿਸ਼ੇ ਵੀ ਹੋ ਗਿਆ ਹੈ। ਖਾਲਸੇ ਨੇ ਜਦੋਂ ਇਹ ਪੁੱਛਿਆ ਤਾਂ ਹੁਣ ਇੱਕ ਦੋ ਪੱਖ ਹੁੰਦੇ ਨੇ, ਇੱਕ ਵਿਧੀ ਪੱਖ ਹੁੰਦਾ ਹੈ, ਇੱਕ ਨਿਖੇਧ ਪੱਖ ਹੁੰਦਾ ਹੈ। ਭਾਈ ਦਇਆ ਸਿੰਘ ਜੀ ਨੇ ਹੁਣ ਵਿਧੀ ਪੱਖ ਦੁਆਰਾ ਗੁਰਸਿੱਖਾਂ ਨੂੰ ਇਉਂ ਜਣਾਉਣਾ ਕੀਤਾ ਹੈ ਕਿ ਪ੍ਰਮਾਣਾਂ ਦਾ ਜੋ ਵਿਸ਼ਾ ਬ੍ਰਹਮ ਨਹੀਂ ਹੈ। ਨੀਤ ਨੀਤ ਕਰ ਨਖਿਦ ਪਛਾਨ, ਤੋ ਪ੍ਰਮਾਨ ਕੋ ਵਿਸ਼ੈ ਨ ਜਾਨ। ਨਖੇਧੀ ਪੱਖ ਦੁਆਰਾ ਕਹਿੰਦੇ ਨੇ ਨੇਤੀ ਨੇਤੀ ਕਰਕੇ ਜੋ ਪਛਾਣ ਕਰੀਏ ਤਾਂ ਬ੍ਰਹਮ ਆਤਮਾ ਨੂੰ ਪ੍ਰਮਾਣਾਂ ਦਾ ਜੋ ਵਿਸ਼ਾ ਨਾ ਜਾਣਨਾ ਕਰੋ, ਕਿਉਂਕਿ ਬ੍ਰਹਮ ਆਤਮਾ ਜੋ ਹੈ ਉਹ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ। ਜਿਮਨੈ ਵਿਸ਼ੈ ਸੁਨੋ ਦੇ ਸ਼ਰੋਨ, ਅਗੰਮ ਅਗੋਚਰ ਕਈਐ ਤੌਨ। ਤੌਨ ਤੋਂ ਭਾਵ ਜਿਸ ਨੂੰ ਅਗੰਮ ਗੋਚਰ ਕਿਹਾ ਜਾਂਦਾ ਹੈ ਉਹ ਜਿਵੇਂ ਨਹੀਂ ਹੈ ਅਵਿਸ਼ੇ, ਸੋ ਸੁਣਨਾ ਕਰੋ ਕਿ ਉਹ ਜੋ ਪ੍ਰਮਾਤਮਾ ਹੈ ਉਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੈ, ਹੱਥਾਂ ਦਾ ਵਿਸ਼ਾ ਨਹੀਂ ਹੈ, ਕੋਈ ਪਕੜ ਨਹੀਂ ਸਕਦਾ ਹੈ। ਇਹ ਹੁਣ ਸ਼ਰਵਣ ਕਰੋ। ਇੰਦਰੀ ਤੇ ਪ੍ਰਤੱਛ ਨੈ ਸੋਏ, ਪ੍ਰਤੱਛ ਪ੍ਰਮਾਨ ਅਭਿਸ਼ੈ ਹੋਏ। ਇੰਦਰੀਆਂ ਕਰਕੇ ਉਹ ਪ੍ਰਤੱਖ ਨਹੀਂ ਨਜ਼ਰ ਆਉਂਦਾ, ਇਸ ਕਰਕੇ ਉਹ ਪ੍ਰਤੱਖ ਪ੍ਰਮਾਣ ਦਾ ਵਿਸ਼ਾ ਨਹੀਂ ਹੈ। ਜਿਨ ਬ੍ਰਹਮ ਕੈ ਕੋਇ ਨਾ ਅਹੈ, ਜਥਾ ਤੂੰ ਇਮ ਜਾਨ। ਅਦਵੈ ਏਕ ਆਤਮਾ ਮਾਨ। ਇਸ ਕਰਕੇ ਉਹ ਅਨੁਮਾਨ ਪ੍ਰਮਾਣ ਦੁਆਰਾ ਵੀ ਸਿੱਧ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਹ ਵਾਹਿਗੁਰੂ ਜੋ ਹੈ ਅਦਵੈ ਹੈ। ਚੇਤਨ ਸਮ ਚੇਤਨ ਨ ਕੋਏ, ਵਿਸ਼ੈ ਉਪਮਾਨ ਨ ਤੇ ਹੋਏ। ਉਹ ਇਸ ਕਰਕੇ ਵਿਸ਼ੇ ਉਪਮਾਨ ਦਾ ਵਿਸ਼ੇ ਵੀ ਨਹੀਂ, ਕਿਉਂ ਉਪਮਾ ਦਈਏ ਕਿਸੇ ਦੀ ਆਪਾਂ, ਕਿਉਂਕਿ ਚੇਤਨ ਦੇ ਬਰਾਬਰ ਹੋਰ ਕੋਈ ਚੇਤਨ ਨਹੀਂ ਹੈ। ਇਸ ਕਰਕੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹਦੇ ਬਰਾਬਰ ਹੋਰ ਕੋਈ ਚੇਤਨ ਹੈ। ਕਾਰਣ ਕਾਰਜ ਭੇਦ ਨਾ ਅਹੈ, ਅਰਥਾਪਤੀ ਵਿਸ਼ੈ ਨ ਲਹੈ। ਕਿਉਂਕਿ ਉਹਦੇ ਵਿੱਚ ਨਾ ਤਾਂ ਕਾਰਨ ਤੇ ਕਾਰਜ ਦਾ ਭੇਦ ਹੀ ਹੈ। ਅਰਥਾਪਤੀ ਪ੍ਰਮਾਣ ਵਿੱਚ ਇਹ ਦੇਖਿਆ ਸੀ ਆਪਾਂ ਨੇ, ਇਸ ਕਰਕੇ ਕਹਿੰਦੇ ਅਰਥਾਪਤੀ ਦਾ ਵਿਸ਼ੇ ਵੀ ਨਹੀਂ ਹੈ, ਕਿਉਂਕਿ ਉਹਦੇ ਵਿੱਚ ਨਾ ਤਾਂ ਕਾਰਨ ਹੈ ਨਾ ਕਾਰਜ ਹੈ। ਇਹ ਬ੍ਰਹਮ ਗਿਆਨ ਵਿੱਚ ਜਾ ਕੇ ਅਵਸਥਾ ਬਣੀ ਸੀ। ਇੱਕ ਵਾਰ ਪਿੱਛੇ ਜੇ ਕਥਾ ਸੁਣਦਿਆਂ ਇਹ ਪ੍ਰਸੰਗ ਆਇਆ ਸੀ ਕਿ ਬ੍ਰਹਮ ਗਿਆਨੀ ਦੇ ਅੰਦਰੋਂ ਇਹ ਚੀਜ਼ਾਂ ਆਪਣੇ ਆਪ ਮੁੱਕ ਜਾਂਦੀਆਂ ਨੇ, ਕਾਰਨ ਅਤੇ ਕਾਰਜ ਵੀ ਮੁੱਕ ਜਾਂਦੇ ਹਨ। ਮਨ ਬਾਣੀ ਕੋ ਵਿਸ਼ੈ ਨ ਜੋਏ, ਸ਼ਬਦ ਅਈਤੇ ਜਗ ਵਿਸ਼ੈ ਨ ਹੋਏ। ਸੋ ਜੋ ਮਨ ਬਾਣੀ ਦਾ ਵਿਸ਼ਾ ਵੀ ਨਹੀਂ ਹੈ, ਜਿਵੇਂ ਅਈ ਤੇਜਕ ਦੁਆਰਾ ਪ੍ਰਮਾਣ ਦਿੱਤਾ ਸੀ, ਉਹ ਵਿਸ਼ਾ ਵੀ ਇਹਦਾ ਬਣਦਾ ਨਹੀਂ ਹੈ। ਦੇਸ਼ ਕਾਲ ਨੈ ਵਸਤ ਪਰਛਿਨ, ਏਕ ਆਤਮਾ ਆਨੰਦ ਅਭਿੰਨ। ਦੇਸ਼ ਕਾਲ ਤੇ ਵਸਤੂ ਕਰਕੇ ਉਹ ਕੱਟਿਆ ਨਹੀਂ ਜਾਂਦਾ, ਕੋਈ ਉਹਦਾ ਦੇਸ਼ ਨਹੀਂ ਹੈ, ਕੋਈ ਉਹਦਾ ਕਾਲ ਜੋ ਸਮਾਂ ਨਹੀਂ ਹੈ, ਉਹਦੇ ਵਿੱਚ ਵਸਤੂ ਨਹੀਂ ਹੈ। ਇਹ ਤਿੰਨਾਂ ਦੀ ਵਿਆਖਿਆ ਜਪਜੀ ਸਾਹਿਬ ਦੇ ਅਰਥਾਂ ਵਿੱਚ ਹੈ, ਕਿਉਂਕਿ ਉਹਦਾ ਫਿਰ ਵਿਸਤਾਰ ਬਹੁਤ ਵੱਡਾ ਹੋ ਜਾਂਦਾ ਹੈ। ਇਸ ਕਰਕੇ ਉਹ ਦੇਸ਼ ਕਾਲ ਵਸਤੂ ਤੋਂ ਰਹਿਤ ਇੰਨਾ ਹੀ ਪ੍ਰਮਾਣ ਬਹੁਤ ਹੈ
ਉਹ ਵਾਹਿਗੁਰੂ ਏਕ ਆਤਮਾ ਆਨੰਦ ਅਭਿੰਨ, ਸਾਰਿਆਂ ਨਾਲੋਂ ਵੱਖਰਾ ਅਤੇ ਇੱਕ ਆਤਮਾ ਰੂਪ ਅਭਿੰਨ ਰੂਪ ਆਨੰਦ ਸਰੂਪ ਹੈ। ਦੇਸ਼ ਨਹੀਂ ਐਸੋ ਕਿਤ ਲਹੋ, ਚੇਤਨ ਬ੍ਰਹਮ ਨਹੀਂ ਜੇ ਕਹੋ। ਹੁਣ ਤਾਂ ਇਹੋ ਜਿਹਾ ਕੋਈ ਥਾਂ ਨਹੀਂ ਹੈ, ਕੋਈ ਦੇਸ਼ ਨਹੀਂ ਹੈ ਜਿੱਥੇ ਕਹੀਏ ਕਿ ਬ੍ਰਹਮਨ ਹੈ ਹੀ ਨਹੀਂ। ਇਸ ਕਰਕੇ ਗੱਲ ਵੀ ਸਿੱਧ ਨਹੀਂ ਹੁੰਦੀ, ਉਹਨੂੰ ਆਪਾਂ ਦੇਸ਼ ਦੁਆਰਾ ਸਿੱਧ ਨਹੀਂ ਕਰ ਸਕਦੇ, ਉਹ ਸਰਬ ਵਿਆਪਕ ਹੈ। ਸਕਲ ਦੇਸ਼ ਮੈਂ ਪੂਰਨ ਪਿਖੀਏ, ਦੇਸ਼ ਪਰਛੇਦ ਨਈਆਂ ਤੇ ਲਖੀਏ। ਸਾਰਿਆਂ ਦੇਸ਼ਾਂ ਵਿੱਚ ਉਹ ਪੂਰਨ ਦੇਖਿਆ ਜਾਂਦਾ ਹੈ, ਇਸ ਕਰਕੇ ਆਪਾਂ ਉਹਨੂੰ ਕਿਸੇ ਦੇਸ਼ ਰਾਹੀਂ ਜਾਂ ਉਹਦੇ ਵਿੱਚ ਕੋਈ ਦੇਸ਼ ਹੈ ਜਾਂ ਦੇਸ਼ ਰਾਹੀਂ ਉਹਨੂੰ ਸਿੱਧ ਕਰਨ ਦਾ ਯਤਨ ਕਰੀਏ ਕਿ ਫਲਾਣੇ ਥਾਂ ਹੀ ਹੈ, ਇਉਂ ਨਹੀਂ ਹੈ, ਵਿਆਪਕ ਹੈ। ਜਿਵੇਂ ਕਿ ਦੱਖਣ ਦੇਸ਼ ਹਰੀ ਕਾ ਬਾਸਾ, ਕਬੀਰ ਜੀ ਕਹਿੰਦੇ ਨੇ, ਹਿੰਦੂ ਕਹਿੰਦੇ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲ੍ਹੇ ਮੁਕੰਮ, ਕਹਿੰਦੇ ਪੱਛਮ 'ਚ ਰੱਬ ਰਹਿੰਦਾ ਹੈ, ਉਹ ਕਹਿੰਦੇ ਦੱਖਣ 'ਚ ਰਹਿੰਦਾ ਹੈ। ਕਬੀਰ ਜੀ ਕਹਿੰਦੇ ਅਵਰ ਮੁਲਕ ਕਿਸ ਕੇਰਾ, ਉਹ ਬਾਕੀ ਜਿਹੜੇ ਉੱਤਰ ਦਿਸ਼ਾ ਹੈ ਤੇ ਜਿਹੜੀਆਂ ਬਾਕੀ ਪੂਰਬ ਦਿਸ਼ਾ ਹੈ, ਅਸਮਾਨ ਹੈ, ਪਤਾਲ ਹੈ, ਹੋਰ ਹੈ ਸਭ ਕੁਝ, ਉੱਥੇ ਨਹੀਂ ਹੈ ਪ੍ਰਮਾਤਮਾ। ਤੁਸੀਂ ਸਾਰਿਆਂ ਨੇ ਦਿਸ਼ਾਵਾਂ ਵਿੱਚ ਮੰਨ ਲਿਆ ਵਾਹਿਗੁਰੂ ਨੂੰ, ਇਸ ਕਰਕੇ ਵਾਹਿਗੁਰੂ ਸਰਬ ਵਿਆਪਕ ਹੈ। ਭੂਤ ਭਵਿੱਖਤ ਅਰ ਵਰਤਮਾਨ, ਬ੍ਰਹਮ ਆਤਮਾ ਏਕ ਸਮਾਨ। ਭੂਤ ਭਵਿੱਖਤ ਤੇ ਵਰਤਮਾਨ, ਬ੍ਰਹਮ ਆਤਮਾ ਇੱਕ ਸਮਾਨ ਹੈ। ਉਹਦੇ ਵਿੱਚ ਇਹ ਨਹੀਂ ਜਿਵੇਂ ਆਪਣੇ ਵਿੱਚ ਹੈ, ਉਹ ਪ੍ਰਮਾਣ ਰਾਹੀਂ ਸਿੱਧ ਹੋਣਾ ਹੈ। ਜਿਵੇਂ ਆਪਣਾ 100 ਸਾਲ, ਸੋ ਇੰਦਰ ਦਾ ਇੱਕ ਦਿਨ, ਆਪਣਾ 100 ਸਾਲ ਫੇਰ ਲੰਘ ਜੇ, ਇੰਦਰ ਦੀ ਇੱਕ ਰਾਤ, ਇਸੇ ਤਰ੍ਹਾਂ ਇੰਦਰ ਦਾ 100 ਸਾਲ, ਬ੍ਰਹਮਾ ਦਾ ਇੱਕ ਦਿਨ, ਇਸੇ ਤਰ੍ਹਾਂ ਹੀ ਬ੍ਰਹਮਾ ਦਾ ਫਿਰ 1000 ਸਾਲ, ਫਿਰ ਵਿਸ਼ਨੂੰ ਦਾ ਇੱਕ ਦਿਨ, ਫਿਰ ਉਹਦਾ ਸਾਲ, ਫਿਰ ਸ਼ਿਵ ਜੀ ਦਾ ਦਿਨ। ਇਉਂ ਕਰਦਿਆਂ ਕਰਦਿਆਂ ਸ਼ਿਵ ਜੀ ਦੀ ਉਮਰ ਸਭ ਤੋਂ ਲੰਮੀ ਮੰਨੀ ਹੈ। ਜਦੋਂ ਇੱਕ ਸ਼ਿਵ ਜੀ ਜਾ ਕੇ ਸਰੀਰ ਛੱਡ ਜਾਂਦਾ ਹੈ, ਇੰਨਾ ਸਮਾਂ ਹੋ ਗਿਆ, ਇਹ ਕੋਈ ਅੰਤ ਨਹੀਂ ਹੈ ਇਹਦਾ। ਕਹਿੰਦੇ ਉਦੋਂ ਮਾਇਆ ਦਾ ਸਿਰਫ ਇੱਕ ਛਿਨ ਗੁਜ਼ਰਦਾ ਹੈ ਤੇ ਰੱਬ ਦਾ ਕੀ ਗੁਜ਼ਰਿਆ? ਕੁਝ ਵੀ ਨਹੀਂ ਗੁਜ਼ਰਿਆ। ਇਸ ਕਰਕੇ ਵਾਹਿਗੁਰੂ ਵਿੱਚ ਸਮਾਂ ਨਹੀਂ ਹੈ, ਉਹ ਭੂਤ ਭਵਿੱਖ ਵਰਤਮਾਨ ਆਪਣੇ ਵਿੱਚ ਹੀ ਹੈ। ਆਪਾਂ ਧਰਤੀ ਤੇ ਰਹਿਣ ਵਾਲੇ ਜੀਵ ਕਹਿੰਦੇ ਆ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਜਦੋਂ ਉਹਦੇ ਕੋਲ ਚਲੇ ਗਏ, ਉੱਥੇ ਇਹ ਗੱਲ ਨਹੀਂ ਹੋਣੀ, ਉੱਥੇ ਤਾਂ ਉਹ ਸਦਾ ਸਲਾਮਤ ਨਿਰੰਕਾਰ ਹੈ। ਵਾਦ ਨ ਘਾਟ ਜਨਮ ਨੈ ਨਾਸ਼, ਇਕ ਰਸ ਸਦਾ ਰਿਓ ਸੁਪ੍ਰਕਾਸ਼। ਉਹ ਨਾ ਵਾਦ ਹੈ ਨਾ ਘਾਟ ਹੈ, ਜ਼ਮੀਨ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ। ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਨਾ ਜਨਮ ਨਾ ਨਾਸ, ਇੱਕ ਰਸ ਸਦਾ ਪ੍ਰਕਾਸ਼ ਸਰੂਪ ਹੈ। ਜਾਂ ਤੇ ਕਾਲ ਪਰਛੇਦ ਨ ਕੋਏ, ਅਕਰੈ ਅਚਲ ਕੂਟ ਸਮ ਸੋਏ। ਉਹ ਤਾਂ ਪਹਾੜ ਵਾਂਗੂ ਹੈ, ਅਕਰੈ ਉਹ ਜੋ ਕਿਰਿਆ ਤੋਂ ਰਹਿਤ, ਅਚਲ ਜੋ ਵਾਹਿਗੁਰੂ ਹੈ। ਤੋ ਇਸੇ ਪ੍ਰਕਾਰ ਪਰਬਤ ਵਾਂਗੂ ਜੋ ਚੱਲ ਪਰਮੇਸ਼ਰ ਹੈ, ਉਹ ਕਾਲ ਕਰਕੇ ਅਸੀਂ ਉਹਨੂੰ ਕੱਟ ਨਹੀਂ ਸਕਦੇ ਕਿ 3 ਕਾਲ ਕਰਕੇ ਉਹ ਵਾਹਿਗੁਰੂ ਪ੍ਰਛੇਦਨ ਨਹੀਂ ਹੁੰਦਾ ਕਿ ਕਹੀਏ ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਜਾਂ ਅੱਜ ਜਾਂ ਪਿੱਛੇ ਕੋਈ ਉਹਦਾ ਪ੍ਰਮਾਣ ਇਹੋ ਜਿਹਾ ਦੇਣ ਲੱਗ ਜਾਈਏ। ਕਹਿੰਦੇ ਇਹੋ ਜਿਹੇ ਪ੍ਰਮਾਣ ਦੇ ਕੇ ਵੀ ਉਹਨੂੰ ਕੱਟ ਨਹੀਂ ਸਕਦੇ। ਸਰਬ ਆਤਮਾ ਸਭ ਮੈਂ ਬਾਸਾ, ਸਰਬਾਧਾਰ ਸਮਸਤ ਪ੍ਰਕਾਸ਼ਾ। ਉਹ ਤਾਂ ਸਾਰਿਆਂ ਦਾ ਹੀ ਆਤਮਾ ਰੂਪ ਹੈ, ਸਾਰਿਆਂ ਵਿੱਚ ਹੀ ਵਾਸਾ ਹੈ, ਸਾਰਿਆਂ ਦਾ ਆਸਰਾ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਜਾਂ ਤੇ ਵਸਤ ਪ੍ਰਛੇਦ ਨਾ ਕੋਏ, ਤੀਨੋਂ ਤੇ ਪਰਛਿਨ ਨਾ ਹੋਏ। ਹਾਂ ਤੇ ਉਹ ਵਸਤੂ ਕਰਕੇ ਕੱਟਿਆ ਨਹੀਂ ਜਾ ਸਕਦਾ, ਪ੍ਰਛੇਦਨ ਨਹੀਂ ਹੋ ਸਕਦਾ। ਇਸ ਕਰਕੇ ਤਿੰਨਾਂ ਤੋਂ ਵੱਖਰਾ ਹੈ ਵਾਹਿਗੁਰੂ, ਭਾਵ ਦੇਸ਼ ਕਾਲ ਵਸਤੂ ਤੋਂ
ਦੇ ਇਹਨਾਂ ਦੇ ਭੇਦ ਤੋਂ ਰਹਿਤ ਹੈ। ਦੋਹੇਰਾ ਆਸ਼ਰੈ ਬਿਖੈ ਅਗਿਆਨ ਕੋ, ਹੋਤ ਬ੍ਰਹਮ ਹੀ ਏਕ। ਸੋ ਹੁਣ ਫਰਮਾਉਂਦੇ ਨੇ ਕਿ ਜਿਵੇਂ ਉਹ ਦੇਸ਼ ਕਾਲ ਵਸਤੂ ਕਰਕੇ ਪ੍ਰਛਿੰਨ ਹੈ, ਢਕਿਆ ਹੋਇਆ, ਇਸੇ ਪ੍ਰਕਾਰ ਉਹਨੂੰ ਸਿੱਧ ਨਹੀਂ ਕਰ ਸਕਦਾ ਕੋਈ ਦੇਸ਼ ਕਾਲ ਵਸਤੂ ਵਿੱਚ। ਹੁਣ ਇੱਕ ਅਜੀਬ ਜਿਹਾ ਬਚਨ ਦੱਸਦੇ ਨੇ, ਕਹਿੰਦੇ ਜਿਹੜਾ ਅਗਿਆਨ ਹੈ ਨਾ ਆਪਾਂ ਨੂੰ ਹੁੰਦਾ, ਅਗਿਆਨ ਦਾ ਆਸਰਾ ਵੀ ਉਹ ਆਪ ਹੀ ਹੈ, ਉਹਦੇ ਆਸਰੇ ਹੀ ਅਗਿਆਨ ਪੈਦਾ ਹੁੰਦਾ ਆਪਣੇ ਅੰਦਰ। ਨਮੋ ਅੰਧਕਾਰੇ ਨਮੋ ਤੇਜ ਤੇਜੇ। ਇਸ ਕਰਕੇ ਉਹ ਵਾਹਿਗੁਰੂ ਅਗਿਆਨ ਦਾ ਆਸਰਾ ਹੈ। ਸੁਨੀਐ ਜੁਤ ਦ੍ਰਿਸ਼ਟਾਂਤ ਕੇ, ਕੀਜੈ ਬੋਰ ਬਵੇਕ। ਕਹਿੰਦੇ ਪ੍ਰਮਾਣ ਦੇ ਕੇ ਦੱਸਦਾ ਤੁਹਾਨੂੰ, ਅਗਿਆਨ ਦਾ ਆਸਰਾ ਵਾਹਿਗੁਰੂ ਕਿਵੇਂ ਹੋ ਗਿਆ। ਵਾਹਿਗੁਰੂ ਦਾ ਗਿਆਨ ਦਾ ਆਸਰਾ ਹੈ। ਕਹਿੰਦੇ ਮੈਂ ਤੁਹਾਨੂੰ ਪ੍ਰਮਾਣ ਦਿੰਦਾ, ਤੁਸੀਂ ਆਪੇ ਸਮਝ ਜਾਓਗੇ। ਇਸ ਤਰ੍ਹਾਂ ਫਿਰ ਤੁਸੀਂ ਭਾਵੇਂ ਵਿਚਾਰ ਕਰ ਲੈਣਾ। ਚੌਪਏ ਜਿਮ ਕੋ ਛਟਕੇ ਬੀਚ ਅੰਧੇਰਾ, ਛਾਦਨ ਕੀਨਸ ਪਰੈ ਨਹੇਰਾ। ਜਿਵੇਂ ਆਪਾਂ ਇੱਕ ਕੋਠੇ ਵਿੱਚ ਵੜ ਜਾਈਏ, ਇੱਕ ਕਮਰਾ ਐਸਾ ਹੋਵੇ ਚਾਰੇ ਪਾਸਿਓਂ ਬੰਦ ਹੋਵੇ, ਉਹਦੇ ਵਿੱਚ ਹਨੇਰਾ ਹੀ ਹਨੇਰਾ ਹੋਵੇ। ਕੋਸ਼ਟ ਕਰਿਓ ਵਿਖੈ ਤਮ ਹੋਏ, ਦਿਖਬੇ ਮੈਨੇ ਆਵਤ ਸੋਏ। ਕੋਠੇ ਕਰਕੇ ਹੀ ਕੋਠਾ ਨਹੀਂ ਦਿਖਦਾ, ਕਿਉਂਕਿ ਚਾਰੇ ਪਾਸੇ ਤਾਂ ਬਾਹਰ ਚਾਨਣ ਹੈ, ਪਰ ਆਪਾਂ ਤਾਂ ਰੋਸ਼ਨਦਾਨ ਵੀ ਬੰਦ, ਦਰਵਾਜ਼ਾ ਵੀ ਬੰਦ। ਕੋਠੇ ਨੇ ਕੋਠੇ ਨੂੰ ਹੀ ਬੰਦ ਕਰ ਲਿਆ, ਕੋਠੇ ਨੇ ਆਪਣਾ ਵਿਸ਼ਾ ਹੀ ਬੰਦ ਕਰ ਦਿੱਤਾ। ਭਾਵ ਕੋਠੇ ਦੇ ਹਨੇਰੇ ਵਿੱਚ ਖੜੋਤਿਆਂ ਕੋਠਾ ਨਜ਼ਰ ਨਹੀਂ ਆਉਂਦਾ ਆਪਾਂ ਨੂੰ। ਇਹ ਕੀ ਹੋ ਗਿਆ। ਹਰ ਕੋਸ਼ਟ ਹੀ ਆਸ਼ਰੈ ਤਮ ਕੋ, ਇਮਹੀ ਜਾਨੋ ਰੂਪ ਬ੍ਰਹਮ ਕੋ। ਕਿਉਂਕਿ ਕਹਿੰਦੇ ਉਹ ਜਿਹੜਾ ਕੋਠਾ ਹੈ ਉਹੀ ਹਨੇਰੇ ਦਾ ਆਸਰਾ ਬਣ ਗਿਆ, ਕੋਠੇ ਕਰਕੇ ਹੀ ਹਨੇਰਾ ਹੋ ਗਿਆ। ਇਸੇ ਪ੍ਰਕਾਰ ਬ੍ਰਹਮ ਕਰਕੇ ਹੀ ਹਨੇਰਾ ਹੋ ਜਾਂਦਾ ਆਪਣੇ ਅੰਦਰ, ਬ੍ਰਹਮ ਕਰਕੇ ਹੀ ਚਾਨਣ ਹੋ ਜਾਂਦਾ ਆਪਣੇ ਅੰਦਰ। ਜਿਵੇਂ ਹਨੇਰੇ ਦਾ ਆਸਰਾ ਕੋਠਾ, ਇਸੇ ਪ੍ਰਕਾਰ ਅਗਿਆਨ ਦਾ ਆਸਰਾ ਆਪ ਹੀ ਹੈ। ਆਪ ਹੀ ਸਾਨੂੰ ਅਗਿਆਨ ਦਾ ਹਨੇਰਾ ਪਾਉਣ ਵਾਲਾ ਹੈ, ਆਪ ਹੀ ਸਾਨੂੰ ਚਾਨਣ ਕਰਨ ਵਾਲਾ ਹੈ। ਦੋਨੋਂ ਕਰਮ ਆਪ ਹੀ ਕਰਦੇ ਨੇ। ਤਿਸ ਤੇ ਹੀ ਉਪਜਿਓ ਅਗਿਆਨ, ਜਾਂ ਤੇ ਐ ਆਸਰੋ ਜਾਨ। ਉਹਦੇ ਤੋਂ ਹੀ ਅਗਿਆਨ ਪ੍ਰਗਟ ਹੋਇਆ ਹੈ। ਇਸ ਕਰਕੇ ਅਗਿਆਨ ਦਾ ਆਸਰਾ ਵਾਹਿਗੁਰੂ ਨੂੰ ਜਾਣੋ। ਦੀਵੇ ਦੇ ਥੱਲੇ ਹਨੇਰਾ, ਨਾਲੇ ਦੀਵਾ ਚਾਨਣ ਕਰਦਾ, ਫਿਰ ਦੀਵੇ ਥੱਲੇ ਹਨੇਰਾ ਕਿਉਂ ਹੋ ਗਿਆ। ਜੇ ਇਹਦੇ ਨਾਲੋਂ ਤਾਂ ਦੀਵਾ ਬੰਦ ਕਰ ਦਈਏ ਸਮਕਾ ਦੀਵੇ ਥੱਲੇ ਚਾਨਣ ਹੋ ਜਾਂਦਾ। ਇਸ ਕਰਕੇ ਜਿਵੇਂ ਦੀਵੇ ਦੇ ਥੱਲੇ ਹਨੇਰਾ ਹੈ, ਉਹਦੀ ਬੱਤੀ ਬਾਲ ਦਈਏ, ਚਾਰੇ ਪਾਸੇ ਪ੍ਰਕਾਸ਼ ਹੈ ਪਰ ਨਾਲ ਹਨੇਰਾ। ਇਸੇ ਤਰ੍ਹਾਂ ਹੀ ਵਾਹਿਗੁਰੂ ਕਰਕੇ ਹੀ ਅਗਿਆਨ ਹੈ, ਵਾਹਿਗੁਰੂ ਕਰਕੇ ਹੀ ਗਿਆਨ ਹੈ। ਜੇ ਵਾਹਿਗੁਰੂ ਨੂੰ ਭੁੱਲ ਜਾਓ ਭਾਈ ਤਾਂ ਅਗਿਆਨ ਹੈ, ਜੇ ਉਹਨੂੰ ਯਾਦ ਕਰ ਲਓ ਤਾਂ ਗਿਆਨ ਹੈ। ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ, ਜੇ ਯਾਦ ਕਰੀ ਜਾਓ ਤਾਂ ਗਿਆਨ ਹੈ, ਨਾ ਯਾਦ ਕਰੋ ਤਾਂ ਅਗਿਆਨ ਹੈ। ਬ੍ਰਹਮ ਕੋ ਲਖਨ ਦੇਤ ਨੈ ਸੋਏ, ਜਾਂ ਤੇ ਵਿਸ਼ੈ ਬ੍ਰਹਮ ਹੀ ਹੋਏ। ਜਿਵੇਂ ਆਪਾਂ ਕੋਠੇ ਦੇ ਵਿੱਚ ਬੰਦ ਹੋ ਗਏ, ਲਾਈਟ ਚਲੀ ਗਈ, ਮੱਸਿਆ ਦੀ ਘੁੱਪ, ਰਾਤ, ਅੰਦਰ ਹੱਥ ਨੂੰ ਹੱਥ ਨਹੀਂ ਦਿਖਦਾ। ਇਹਦੇ ਨਾਲੋਂ ਤਾਂ ਮਾੜਾ ਜਿਹਾ ਬਾਹਰ ਚਲੇ ਜਾਈਏ, ਥੋੜਾ ਥੋੜਾ ਦਿਖਦਾ ਹੁੰਦਾ, ਕਿਉਂਕਿ ਤਾਰਿਆਂ ਦੀ ਛਾਵੇਂ, ਕਹਿੰਦੇ ਤਾਰਿਆਂ ਦੇ ਚਾਨਣ ਕਰਕੇ ਦਿਖਦਾ, ਮਾੜਾ ਮਾੜਾ ਦਿਖਦਾ। ਪਰ ਕੋਠਾ ਹੀ ਆਪਣੇ ਅਗਿਆਨ ਵਿੱਚ ਲੈ ਕੇ ਆਪਾਂ ਨੂੰ ਬਹਿ ਗਿਆ, ਕੋਠੇ ਦੇ ਆਸਰੇ ਕਰਕੇ ਅਗਿਆਨ ਛਾ ਗਿਆ ਆਪਣੇ ਅੰਦਰ, ਕੋਠਾ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਬ੍ਰਹਮ ਦੇ ਆਸਰੇ ਹੀ ਅਗਿਆਨ ਪੈਦਾ ਹੋ ਗਿਆ ਤੇ ਬ੍ਰਹਮ ਨਜ਼ਰ ਨਹੀਂ ਆਉਂਦਾ ਆਪਾਂ ਨੂੰ। ਸੋ ਇਸੇ ਤਰ੍ਹਾਂ ਜਿਵੇਂ ਅੱਖਾਂ ਜਿਹੜੀਆਂ ਨੇ, ਅੱਖਾਂ ਦੇਖੋ ਸਾਰੇ ਜਗਤ ਨੂੰ ਦੇਖ ਸਕਦੀਆਂ ਨੇ ਪਰ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ। ਇਹੀ ਤਾਂ ਬ੍ਰਹਮ ਹੈ
ਇਸੇ ਪ੍ਰਕਾਰ ਤਾਂ ਇਹਦਾ ਨਾਮ ਹੀ ਅਗਿਆਨ ਹੈ। ਮੈਂ ਆਪਣੇ ਆਪ ਕਿਵੇਂ ਦੇਖਾਂ, ਉਹ ਆਪਣਾ ਆਪ ਪਿੱਛੇ ਸਾਰਾ ਦਿਖਾਇਆ ਆਪਾਂ ਨੂੰ, ਕਿਵੇਂ ਕਿਵੇਂ ਅੰਦਰ ਸਾਡੇ ਕੀ ਕੀ ਸਿਸਟਮ ਚੱਲਦਾ ਹੈ। द्वै शक्ति थारत अज्ञान, एक आवरण विखे पै आन। ਹੁਣ ਕਹਿੰਦੇ ਨੇ ਇਹ ਅਗਿਆਨ ਜਿਹੜਾ ਹੈ ਦੋ ਸ਼ਕਤੀਆਂ ਧਾਰਨ ਕਰਦਾ ਹੈ, ਇੱਕ ਆਵਰਨ ਸ਼ਕਤੀ, ਇੱਕ ਵਿਖੇਪ ਸ਼ਕਤੀ। ਇਹ ਇਹਨਾਂ ਨੂੰ ਆਪਾਂ ਮੈਲਾਂ ਗਿਣਦੇ ਹੁੰਦੇ ਆਮ ਤੌਰ ਤੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਆਮ ਤੌਰ ਤੇ ਕਥਾ 'ਚ ਇਹਨਾਂ ਚੀਜ਼ਾਂ ਦਾ ਵਿਖਿਆਨ ਹੁੰਦਾ ਹੈ, ਮਲ, ਵਿਖੇਪ, ਆਵਰਨ। ਇਹਨਾਂ ਦਾ ਜ਼ਿਕਰ ਕਰਦੇ ਨੇ ਕਿ ਅਗਿਆਨ ਨੇ ਇੱਥੇ ਦੋ ਰੂਪ ਧਾਰਨ ਕੀਤੇ ਨੇ, ਵਿਖੇਪਤਾ ਤੇ ਆਵਰਨਤਾ। ब्रह्म करियो आच्छादन जाहे, जिस ते जान सकै किम नाए। ਹੁਣ ਕੀ ਕੀਤਾ, ਜਿਸ ਸ਼ਕਤੀ ਨੇ ਬ੍ਰਹਮ ਨੂੰ ਢੱਕ ਲਿਆ, ਜਿਸ ਕਰਕੇ ਬ੍ਰਹਮ ਨੂੰ ਆਪਾਂ ਜਾਣ ਨਹੀਂ ਸਕਦੇ ਕਿਸੇ ਤਰ੍ਹਾਂ ਵੀ, ਉਹ ਜਿਹੜੀ ਸ਼ਕਤੀ ਹੈ। ਇਹ ਆਵਰਨ ਸ਼ਕਤ ਦ੍ਰਿੜ ਹੈ, ਜਿਮ ਕੇ ਭਏ ਜੀਵ ਜਗ ਬਹੈ। ਇਹ ਆਵਰਨ ਸ਼ਕਤੀ ਹੈ, ਬ੍ਰਹਮ ਨੂੰ ਦੇਖ ਨਹੀਂ ਸਕਦੇ ਆਪਾਂ, ਜਿਹਦੇ ਕਰਕੇ ਜੀਵ ਦੁਨੀਆ ਦੇ ਅੰਦਰ ਰੁੜਿਆ ਜਾ ਰਿਹਾ ਹੈ। ਉਸੇ ਕਰਕੇ ਤਾਂ ਆਪਾਂ ਸਾਰੇ ਜਾਣੇ ਦੁਨੀਆ ਦੇ ਅੰਦਰ ਬਹਿ ਜਾਂਦੇ ਹਾਂ, ਭਵਜਲ ਵਿੱਚ ਡੁੱਬ ਜਾਂਦੇ ਹਾਂ। ਪਰ ਇਹ ਅਗਿਆਨ ਦੀ ਇੱਕ ਸ਼ਕਤੀ ਹੈ ਜਿਹੜੀ ਆਪਾਂ ਨੂੰ ਬ੍ਰਹਮ ਦੇ ਦਰਸ਼ਨ ਨਹੀਂ ਕਰਨ ਦਿੰਦੀ। ਪੁਨ ਨਾਨਕ ਦਿਖਾਵਨ ਕਰੇ, ਗਜ ਬਾਜੀ ਬਨ ਗਨ ਤਰੁ ਹਰੇ। ਹੁਣ ਦੂਜੀ ਸ਼ਕਤੀ ਦਾ ਕਥਨ ਕਰਦੇ ਨੇ, ਵਿਖੇਪਤਾ, ਆਵਰਨ ਸ਼ਕਤੀ। ਇਉਂ ਜਾਣ ਲਓ ਜਿਵੇਂ ਕੋਠੇ ਨੇ ਆਪਣੇ ਅੰਦਰ ਹਨੇਰਾ ਕਰਕੇ ਆਪਣਾ ਆਪ ਹੀ ਦਿਖਣੋਂ ਹਟਾ ਦਿੱਤਾ, ਅਥਵਾ ਆਵਰਨ ਸ਼ਕਤੀ ਪਹਿਲਾਂ ਵਾਲੀ ਮੈਂ ਗੱਲ ਕਰ ਰਿਹਾ, ਉਹ ਇੱਕ ਬਾਲਟੀ ਦਾ ਪ੍ਰਮਾਣ ਦਿੱਤਾ, ਕਮਰੇ ਅੰਦਰ ਮੋਮਬੱਤੀ ਦੇ ਉੱਤੇ ਬਾਲਟੀ ਮੋਦੀ ਬਾਰ ਦਿੱਤੀ, ਉਹ ਬਾਲਟੀ ਮੋਦੀ ਮਾਰਨ ਕਰਕੇ ਕਮਰੇ 'ਚ ਹਨੇਰਾ ਹੋ ਗਿਆ। ਇਹਨੂੰ ਕਹਿੰਦੇ ਆਵਰਨ। ਆਵਰਨ ਹੁੰਦਾ ਪਰਦਾ। ਇਹ ਬਾਲਟੀ ਮੋਦੀ ਮਾਰਨ ਕਰਕੇ ਕਮਰੇ 'ਚ ਹਨੇਰਾ ਹੋ ਗਿਆ।